21ਵੀਂ ਸਦੀ ਦਾ ਕਾਰੋਬਾਰ। ਰੌਬਰਟ ਟੀ ਕਿਓਸਾਕੀ। ਅਧਿਆਇ 9। ਸੰਪੱਤੀ ਇੱਕ ਅਸਲ ਦੁਨੀਆ ਦੀ ਕਾਰੋਬਾਰੀ ਸਿੱਖਿਆ। ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹਾਂ। ਮੈਂ ਢਿੱਲਾ ਜਾਂ ਮੱਧਮ ਪੜ੍ਹਨ ਵਾਲਾ ਹਾਂ। ਉਂਝ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦਾ ਹਾਂ, ਲੇਕਿਨ ਗੱਲ ਬਸ ਇੰਨੀ ਹੀ ਹੈ ਕਿ ਮੇਰੀ ਪੜ੍ਹਨ ਦੀ ਰਫ਼ਤਾਰ ਬਹੁਤ ਸੁਸਤ ਹੈ। ਅਕਸਰ ਮੈਨੂੰ ਕੋਈ ਕਿਤਾਬ 2-3 ਵਾਰੀ ਪੜ੍ਹਨੀ ਪੈਂਦੀ ਹੈ, ਤਦੋਂ ਕਿਤੇ ਜਾ ਕੇ ਮੈਨੂੰ ਸੱਚਮੁੱਚ ਸਮਝ ਆਉਂਦਾ ਹੈ ਕਿ ਮੈਂ ਕੀ ਪੜ੍ਹ ਰਿਹਾ ਹਾਂ। ਇਹੀ ਨਹੀਂ, ਲਿਖਣ ਵਿੱਚ ਵੀ ਮੈਂ ਬਹੁਤ ਖਰਾਬ ਹਾਂ। ਸੱਚ ਤਾਂ ਇਹ ਹੈ ਕਿ ਮੈਂ ਹਾਈ ਸਕੂਲ ਵਿੱਚ ਲਿਖਣ ਵਿੱਚ 2 ਵਾਰੀ ਫੇਲ ਹੋਇਆ ਸੀ। ਤਾਂ ਕਿ ਤੁਸੀਂ ਇੱਕ ਅਸਚਰਜਪੂਰਨ ਗੱਲ ਨੂੰ ਜਾਣਨਾ ਚਾਹੁੰਦੇ ਹੋ, ਇਹ ਸੀ ਗ੍ਰੇਡ ਦਾ ਵਿਦਿਆਰਥੀ ਜਿਹੜਾ ਸਕੂਲ ਵਿੱਚ ਆਪਣੇ ਲਿਖਣ ਦੇ ਪਾਠਕ੍ਰਮ ਵਿੱਚ ਫੇਲ ਹੋਇਆ ਸੀ ਅਤੇ ਜਿਹੜਾ ਅੱਜ ਤੱਕ ਬਹੁਤ ਵਧੀਆ ਲਿਖਾਰੀ ਨਹੀਂ ਬਣ ਪਾਇਆ, ਉਸ ਦੀਆਂ ਲਿਖੀਆਂ ਹੋਈਆਂ 7 ਕਿਤਾਬਾਂ ਦਾ ਨਿਊਯਾਰਕ ਟਾਈਮਜ਼ ਬੈਸਟ ਸੇਲਰ ਲਿਸਟ ਵਿੱਚ ਆ ਚੁੱਕੀਆਂ ਹਨ। ਮੇਰਾ ਮਤਲਬ ਚੰਗੇ ਗ੍ਰੇਡ ਹੀ ਕਾਫੀ ਨਹੀਂ ਹਨ। ਮੇਰੀ ਗੱਲ ਦਾ ਗਲਤ ਅਰਥ ਨਾ ਕੱਢੋ। ਮੈਂ ਸਿੱਖਿਆ ਨੂੰ ਨੀਵਾਂ ਨਹੀਂ ਦਿਖਾ ਰਿਹਾ ਹਾਂ। ਮੈਨੂੰ ਸਿੱਖਿਆ ਵਿੱਚ ਭਰੋਸਾ ਹੈ। ਇਹੀ ਨਹੀਂ, ਮੈਂ ਪੂਰੇ ਜੋਸ਼ ਖਰੋਸ਼ ਨਾਲ ਇਸ ਵਿੱਚ ਯਕੀਨ ਕਰਦਾ ਹਾਂ। ਗੱਲ ਬਸ ਇੰਨੀ ਹੈ ਕਿ ਮੈਨੂੰ ਉਸ ਸਿੱਖਿਆ ਵਿੱਚ ਸਭ ਤੋਂ ਜ਼ਿਆਦਾ ਭਰੋਸਾ ਹੈ ਜਿਹੜੀ ਤੁਹਾਨੂੰ ਉਹ ਸਾਰਾ ਕੁਝ ਸਿਖਾਏ ਜਿਸ ਦੀ ਲੋੜ ਤੁਹਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਹੈ। ਜਦੋਂ ਮੈਂ ਇਹ ਸਲਾਹ ਦਿੰਦਾ ਹਾਂ ਕਿ ਲੋਕ ਆਪਣਾ ਨੈਟਵਰਕ ਮਾਰਕੀਟਿੰਗ ਵਪਾਰ ਬਣਾਉਣ, ਤਾਂ ਮੈਂ ਉਹਨਾਂ ਨੂੰ ਇਸ ਦਾ ਸਭ ਤੋਂ ਵੱਡਾ ਕਾਰਨ ਜਾਂ ਲਾਭ ਕਿਹੜਾ ਦੱਸਦਾ ਹਾਂ। ਮੇਰੀ ਨਜ਼ਰ ਵਿੱਚ ਸਭ ਤੋਂ ਵੱਡਾ ਲਾਭ ਉਹ ਉਤਕ੍ਰਿਸ਼ਟ, ਇੱਥੋਂ ਤੱਕ ਕਿ ਜੀਵਨ ਬਦਲਣ ਵਾਲੇ ਪ੍ਰੋਡਕਟਸ ਵੀ ਨਹੀਂ ਹਨ ਜਿਨ੍ਹਾਂ ਨੂੰ ਤੁਸੀਂ ਵੇਚ ਸਕਦੇ ਹੋ। ਸਭ ਤੋਂ ਵੱਡਾ ਲਾਹਾ ਉਹ ਪੈਸੇ ਵੀ ਨਹੀਂ ਹੈ ਜਿਸ ਨੂੰ ਤੁਸੀਂ ਕਮਾ ਸਕਦੇ ਹੋ। ਉਹ ਆਰਥਿਕ ਸੁਤੰਤਰਤਾ ਵੀ ਨਹੀਂ ਜਿਸ ਨੂੰ ਤੁਸੀਂ ਪ੍ਰਾਪਤ ਕਰ ਸਕਦੇ ਹੋ। ਹਾਂ, ਪ੍ਰੋਡਕਟਸ ਅਕਸਰ ਉੱਤਮ ਹੁੰਦੇ ਹਨ ਅਤੇ ਹਾਂ, ਮੈਂ ਦੌਲਤ ਬਣਾਉਣ ਦਾ ਅਸਲ ਰਾਹ ਪ੍ਰਚਾਰ ਕਰਨ ਦੇ ਸੰਦਰਭ ਵਿੱਚ ਵੀ ਨੈਟਵਰਕ ਮਾਰਕੀਟਿੰਗ ਨੂੰ ਬੜਾ ਕੀਮਤੀ ਮੰਨਦਾ ਹਾਂ। ਲੇਕਿਨ ਇਹ ਉਹ ਮਹੱਤਵਪੂਰਨ ਲਾਭ ਨਹੀਂ ਹਨ ਜਿਹੜੇ ਤੁਹਾਨੂੰ ਇਸ ਅਨੁਭਵ ਨਾਲ ਹਾਸਲ ਹੁੰਦੇ ਹਨ। ਇਹ ਅਨੁਭਵ ਤੋਂ ਮਿਲਣ ਵਾਲਾ ਸਭ ਤੋਂ ਕੀਮਤੀ ਲਾਭ ਹੈ ਅਸਲ ਦੁਨੀਆ ਦੀ ਵਪਾਰਕ ਸਿੱਖਿਆ। 3 ਪ੍ਰਕਾਰ ਦੀਆਂ ਸਿੱਖਿਆਵਾਂ। ਜੇਕਰ ਤੁਸੀਂ ਵਿੱਤੀ ਨਜ਼ਰੀਏ ਤੋਂ ਸਫਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ 3 ਪ੍ਰਕਾਰ ਦੀਆਂ ਸਿੱਖਿਆਵਾਂ ਦੀ ਲੋੜ ਹੁੰਦੀ ਹੈ: ਸਕੂਲੀ, ਪੇਸ਼ੇਵਰ ਅਤੇ ਵਿੱਤੀ ਸਿੱਖਿਆ। ਸਕੂਲੀ ਸਿੱਖਿਆ ਤੁਹਾਨੂੰ ਪੜ੍ਹਨਾ, ਲਿਖਣਾ ਅਤੇ ਹਿਸਾਬ ਕਿਤਾਬ ਕਰਨਾ ਸਿਖਾਉਂਦੀ ਹੈ। ਇਹ ਇੱਕ ਮਹੱਤਵਪੂਰਨ ਸਿੱਖਿਆ ਹੈ, ਖਾਸ ਤੌਰ ਤੇ ਅਜੋਕੇ ਸੰਸਾਰ ਵਿੱਚ। ਵਿਅਕਤੀਗਤ ਤੌਰ ਤੇ ਮੈਂ ਸਕੂਲੀ ਸਿੱਖਿਆ ਵਿੱਚ ਚੰਗੀ ਕਾਰਗੁਜ਼ਾਰੀ ਨਹੀਂ ਕਰ ਪਾਇਆ। ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ, ਜ਼ਿਆਦਾਤਰ ਕਲਾਸਾਂ ਵਿੱਚ ਮੈਨੂੰ C ਗ੍ਰੇਡ ਹੀ ਮਿਲਿਆ ਸੀ, ਸਿਰਫ ਇਸ ਲਈ ਕਿਉਂਕਿ ਮੈਨੂੰ ਜੋ ਪੜ੍ਹਾਇਆ ਜਾ ਰਿਹਾ ਸੀ ਉਸ ਵਿੱਚ ਮੇਰੀ ਦਿਲਚਸਪੀ ਨਹੀਂ ਸੀ। ਪੇਸ਼ੇਵਰ ਸਿੱਖਿਆ ਤੁਹਾਨੂੰ ਪੈਸੇ ਲਈ ਕੰਮ ਕਰਨ ਦਾ ਤਰੀਕਾ ਸਿਖਾਉਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਤੁਹਾਨੂੰ E ਅਤੇ S ਕੁਆਡਰੈਂਟ ਦੇ ਜੀਵਨ ਲਈ ਤਿਆਰ ਕਰਦੀ ਹੈ। ਸਕੂਲ ਦੇ ਮੇਰੇ ਸਮਾਰਟ ਸਹਿਪਾਠੀ ਅੱਗੇ ਚੱਲ ਕੇ ਡਾਕਟਰ, ਵਕੀਲ ਅਤੇ ਅਕਾਊਂਟੈਂਟ ਬਣੇ। ਬਾਕੀਆਂ ਨੇ ਕਿਸੇ ਨਾ ਕਿਸੇ ਹੁਨਰ ਦੀ ਸਿਖਲਾਈ ਲਈ ਜਿਸ ਨਾਲ ਉਹ ਮੈਡੀਕਲ ਅਸਿਸਟੈਂਟ, ਪਲੰਬਰ, ਭਵਨ ਨਿਰਮਾਤਾ, ਇਲੈਕਟ੍ਰੀਸ਼ੀਅਨ ਅਤੇ ਆਟੋਮੋਬਾਈਲ ਮਕੈਨਿਕ ਬਣਨਾ ਸਿੱਖ ਗਏ। ਮੈਂ ਇੱਥੇ ਵੀ ਉੱਤਮ ਨਹੀਂ ਸੀ ਕਿਉਂਕਿ ਸਕੂਲੀ ਸਿੱਖਿਆ ਵਿੱਚ ਮੇਰੀ ਕਾਰਗੁਜ਼ਾਰੀ ਚੰਗੀ ਨਹੀਂ ਰਹੀ। ਇਸ ਲਈ ਮੈਨੂੰ ਡਾਕਟਰ, ਵਕੀਲ ਜਾਂ ਅਕਾਊਂਟੈਂਟ ਬਣਨ ਲਈ ਉਤਸ਼ਾਹਿਤ ਨਹੀਂ ਕੀਤਾ ਗਿਆ। ਇਸ ਦੀ ਬਜਾਏ ਮੈਂ ਇੱਕ ਸਮੁੰਦਰੀ ਜਹਾਜ਼ ਦਾ ਅਫਸਰ ਬਣ ਗਿਆ ਅਤੇ ਇਸ ਤੋਂ ਬਾਅਦ ਇੱਕ ਹੈਲੀਕਾਪਟਰ ਪਾਇਲਟ ਜੋ ਵੀਅਤਨਾਮ ਵਿੱਚ ਮੈਰੀਨ ਕਾਰਪਸ ਲਈ ਉਡਾਨ ਭਰਨ ਲੱਗਾ। 23 ਸਾਲ ਦੀ ਉਮਰ ਤੱਕ ਮੈਂ 2 ਕਿੱਤਿਆਂ ਵਿੱਚ ਕੰਮ ਕਰ ਚੁੱਕਿਆ ਸੀ, ਇੱਕ ਤਾਂ ਸਮੁੰਦਰੀ ਜਹਾਜ਼ ਦੇ ਅਫਸਰ ਅਤੇ ਦੂਜਾ ਪਾਇਲਟ ਦੇ ਤੌਰ ਤੇ। ਲੇਕਿਨ ਮੈਂ ਦਰਅਸਲ ਉਹਨਾਂ ਵਿੱਚੋਂ ਕਿਸੇ ਦਾ ਇਸਤੇਮਾਲ ਪੈਸੇ ਬਣਾਉਣ ਲਈ ਹੀ ਨਹੀਂ ਕੀਤਾ। ਵਿੱਤੀ ਸਿੱਖਿਆ ਉਹ ਹੁੰਦੀ ਹੈ ਜਿਸ ਵਿੱਚ ਤੁਸੀਂ ਇਹ ਸਿੱਖਦੇ ਹੋ ਕਿ ਪੈਸੇ ਲਈ ਆਪ ਕੰਮ ਕਰਨ ਦੀ ਬਜਾਏ ਪੈਸੇ ਕੋਲੋਂ ਆਪਣੇ ਲਈ ਕੰਮ ਕਰਵਾਇਆ ਜਾਵੇ। ਤੁਹਾਨੂੰ ਲੱਗਦਾ ਹੋਵੇਗਾ ਕਿ ਤੁਹਾਨੂੰ ਬਿਜ਼ਨਸ ਸਕੂਲ ਵਿੱਚ ਵਿੱਤੀ ਸਿੱਖਿਆ ਮਿਲਦੀ ਹੈ, ਲੇਕਿਨ ਜ਼ਿਆਦਾਤਰ ਮਾਮਲਿਆਂ ਵਿੱਚ ਇੰਜ ਨਹੀਂ ਹੁੰਦਾ ਹੈ। ਬਿਜ਼ਨਸ ਸਕੂਲ ਆਮ ਤੌਰ ਤੇ ਸਾਰਿਆਂ ਤੋਂ ਸਿਆਣੇ ਵਿਦਿਆਰਥੀਆਂ ਨੂੰ ਲੈਂਦੇ ਹਨ ਅਤੇ ਉਹਨਾਂ ਨੂੰ ਅਮੀਰਾਂ ਦੇ ਬਿਜ਼ਨਸ ਐਗਜ਼ੀਕਿਊਟਿਵ ਬਣਨ ਦੀ ਸਿਖਲਾਈ ਦਿੰਦੇ ਹਨ। ਦੂਜੇ ਸ਼ਬਦਾਂ ਵਿੱਚ, ਉਹ ਆਪਣੇ ਵਿਦਿਆਰਥੀਆਂ E ਕੁਆਡਰੈਂਟ ਦੀ ਉੱਪਰਲੀ ਸ਼੍ਰੇਣੀ ਦੇ ਜੀਵਨ ਲਈ ਸਿੱਖਿਅਤ ਕਰਦੇ ਹਨ। ਲੇਕਿਨ ਇਸ ਦੇ ਬਾਵਜੂਦ ਕੁਆਡਰੈਂਟ E ਹੁਣ ਵੀ ਰਹਿੰਦਾ ਹੈ। ਵੀਅਤਨਾਮ ਤੋਂ ਵਾਪਸ ਆਉਣ ਤੋਂ ਬਾਅਦ ਮੈਂ MBA ਕਰਨ ਲਈ ਬਿਜ਼ਨਸ ਸਕੂਲ ਵਿੱਚ ਦਾਖਲਾ ਲੈਣ ਬਾਰੇ ਸੋਚਿਆ, ਲੇਕਿਨ ਮੇਰੇ ਅਮੀਰ ਡੈਡੀ ਨੇ ਇਸ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ, ਜੇਕਰ ਤੂੰ ਕਿਸੇ ਰਵਾਇਤੀ ਸਕੂਲ ਤੋਂ MBA ਕਰਦਾ ਹੈ ਤਾਂ ਸਮਝ ਲਓ ਕਿ ਤੂੰ ਅਮੀਰਾਂ ਦੇ ਕਰਮਚਾਰੀ ਬਣਨ ਲਈ ਸਿਖਲਾਈ ਲੈ ਰਿਹਾ ਹੈ। ਜੇਕਰ ਤੂੰ ਆਪਣੀ ਤਾਕਤ ਉੱਤੇ ਅਮੀਰ ਬਣਨਾ ਚਾਹੁੰਦਾ ਹੈ ਤਾਂ ਤੈਨੂੰ ਜ਼ਿਆਦਾ ਸਕੂਲੀ ਸਿੱਖਿਆ ਦੀ ਲੋੜ ਨਹੀਂ ਹੈ, ਤੈਨੂੰ ਤਾਂ ਅਸਲ ਦੁਨੀਆ ਦੀ ਵਿੱਤੀ ਸਿੱਖਿਆ ਦੀ ਲੋੜ ਹੈ। ਮਹੱਤਵਪੂਰਨ ਯੋਗਤਾਵਾਂ। ਉਦਮੀ ਬਣਨਾ ਅਤੇ B ਕੁਆਡਰੈਂਟ ਦਾ ਕਾਰੋਬਾਰ ਬਣਾਉਣਾ ਸੌਖਾ ਨਹੀਂ ਹੁੰਦਾ। ਅਸਲ ਵਿੱਚ ਮੈਨੂੰ ਯਕੀਨ ਹੈ ਕਿ B ਕੁਆਡਰੈਂਟ ਕਾਰੋਬਾਰ ਸਥਾਪਿਤ ਕਰਨਾ ਕਿਸੇ ਵੀ ਵਿਅਕਤੀ ਦੀ ਸਭ ਤੋਂ ਮੁਸ਼ਕਲ ਚੁਣੌਤੀਆਂ ਵਿੱਚੋਂ ਇੱਕ ਹੈ। ਇੰਨੇ ਸਾਰੇ ਲੋਕ E ਅਤੇ S ਕੁਆਡਰੈਂਟਸ ਵਿੱਚ ਇਸੇ ਕਾਰਨ ਕਰਕੇ
ਰਹਿੰਦੇ ਹਨ ਕਿਉਂਕਿ B ਕੁਆਡਰੈਂਟ ਵਿੱਚ ਘੱਟ ਚੁਣੌਤੀਆਂ ਹੁੰਦੀਆਂ ਹਨ। ਜੇਕਰ ਇਹ ਇੰਨਾ ਸੌਖਾ ਹੁੰਦਾ ਤਾਂ ਹਰ ਵਿਅਕਤੀ ਇਹੀ ਕੰਮ ਨਾ ਕਰ ਰਿਹਾ ਹੁੰਦਾ। ਜੇਕਰ ਤੁਸੀਂ ਵਪਾਰ ਵਿੱਚ ਸਫਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਇਹੋ ਜਿਹੀ ਤਕਨੀਕੀ ਯੋਗਤਾਵਾਂ ਸਿੱਖਣ ਦੀ ਲੋੜ ਹੈ ਜਿਹੜੀ ਤੁਸੀਂ ਸ਼ਾਇਦ ਸਕੂਲ ਵਿੱਚ ਨਹੀਂ ਸਿੱਖੀ। ਮਿਸਾਲ ਲਈ, ਵਿਵਸਥਿਤ ਹੋਣ ਤੇ ਆਪਣੇ ਆਪ ਲਈ ਏਜੰਡਾ ਤੈਅ ਕਰਨ ਦੀ ਯੋਗਤਾ। ਇਹ ਜਿੰਨਾ ਦਿਖਦਾ ਹੈ ਉਸ ਤੋਂ ਜ਼ਿਆਦਾ ਵੱਡਾ ਕੰਮ ਹੈ। ਜਿਹੜੇ ਲੋਕ ਨੈਟਵਰਕ ਮਾਰਕੀਟਿੰਗ ਦੇ ਦਾਇਰੇ ਵਿੱਚ ਦਾਖਲ ਹੁੰਦੇ ਹਨ, ਕਈ ਵਾਰ ਤਾਂ ਉਹਨਾਂ ਨੂੰ ਇੱਕ ਪ੍ਰਕਾਰ ਦਾ ਸੱਭਿਆਚਾਰਕ ਸਦਮਾ ਪਹੁੰਚਦਾ ਹੈ ਕਿਉਂਕਿ ਇਸ ਤੋਂ ਪਹਿਲੇ ਤਾਂ ਕੋਈ ਦੂਜਾ ਵਿਅਕਤੀ ਉਹਨਾਂ ਨੂੰ ਹਰ ਵਾਰ ਦੱਸਦਾ ਸੀ ਕਿ ਕੀ ਕਰਨਾ ਹੈ। ਹੋ ਸਕਦਾ ਹੈ ਕਿ ਤੁਸੀਂ E ਕੁਆਡਰੈਂਟ ਵਿੱਚ ਬਹੁਤ ਕਰੜੀ ਮਿਹਨਤ ਕਰੋ, ਲੇਕਿਨ ਇਸ ਦੇ ਬਾਵਜੂਦ ਤੁਹਾਨੂੰ ਨਿਸ਼ਾਨਾ ਤੈਅ ਕਰਨ, ਕਾਰਜ ਯੋਜਨਾ ਬਣਾਉਣ, ਆਪਣਾ ਏਜੰਡਾ ਨਿਸ਼ਚਿਤ ਕਰਨ, ਆਪਣੇ ਸਮੇਂ ਦਾ ਪ੍ਰਬੰਧਨ ਕਰਨ ਅਤੇ ਉਤਪਾਦਕ ਕਾਰਜਾਂ ਦੀ ਇੱਕ ਸਪਸ਼ਟ ਲੜੀ ਨੂੰ ਕਰਨ ਦਾ ਜਰਾ ਵੀ ਅਨੁਭਵ ਨਾ ਹੋਵੇ। ਅਚੰਭੇ ਵਾਲੀ ਗੱਲ ਇਹ ਹੈ ਕਿ ਬਹੁਤੇ ਲੋਕਾਂ ਵਿੱਚ ਇਹ ਬੁਨਿਆਦੀ ਯੋਗਤਾਵਾਂ ਵੀ ਨਹੀਂ ਹੁੰਦੀਆਂ। ਅਚੰਭੇ ਨਾਲ ਭਰੀ ਲੇਕਿਨ ਹੈਰਾਨ ਕਰਨ ਵਾਲੀ ਨਹੀਂ। ਦੇਖੋ, E ਕੁਆਡਰੈਂਟ ਵਿੱਚ ਤੁਹਾਨੂੰ ਦਰਅਸਲ ਇਹਨਾਂ ਯੋਗਤਾਵਾਂ ਦੀ ਲੋੜ ਨਹੀਂ ਹੁੰਦੀ, ਲੇਕਿਨ ਜੇਕਰ ਤੁਸੀਂ B ਕੁਆਡਰੈਂਟ ਵਿੱਚ ਦਾਖਲ ਹੋਣ ਜਾ ਰਹੇ ਹੋ ਤਾਂ ਇਹ ਯੋਗਤਾ ਦਾ ਬਦਲ ਨਹੀਂ ਹੈ। ਉਹ ਤਾਂ ਉਹਨਾਂ ਯੋਗਤਾਵਾਂ ਜਿੰਨੀਆਂ ਹੀ ਮਹੱਤਵਪੂਰਨ ਹਨ, ਜਿਵੇਂ ਇਹ ਜਾਣਨਾ ਹੈ ਕਿ ਚੈੱਕਬੁੱਕ ਨੂੰ ਬੈਲੈਂਸ ਕਿਵੇਂ ਕੀਤਾ ਜਾਵੇ, ਵਿੱਤੀ ਯੋਜਨਾਵਾਂ ਕਿਵੇਂ ਲਿਖੀਆਂ ਅਤੇ ਵਾਰਸ਼ਿਕ ਰਿਪੋਰਟਾਂ ਕਿਵੇਂ ਪੜ੍ਹੀਆਂ ਜਾਣ, ਟੈਕਸ ਲਾਭ ਅਤੇ ਉਹਨਾਂ ਦੁਆਰਾ ਸਿਖਾਇਆ ਗਿਆ ਸਬਕ। ਜਿਹੜੇ ਲੋਕ ਨੈਟਵਰਕ ਮਾਰਕੀਟਿੰਗ ਦੇ ਖੇਤਰ ਵਿੱਚ ਬਿਲਕੁਲ ਨਵੇਂ ਹੁੰਦੇ ਹਨ, ਉਹਨਾਂ ਨੂੰ ਇਹ ਜਾਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਘਰ ਤੋਂ ਕੀਤੇ ਜਾਣ ਵਾਲੇ ਇਸ ਕਾਰੋਬਾਰ ਵਿੱਚ ਉਹਨਾਂ ਨੂੰ ਟੈਕਸ ਸੰਬੰਧੀ ਕਿੰਨਾ ਜ਼ਿਆਦਾ ਲਾਭ ਹੁੰਦਾ ਹੈ। ਜ਼ਿਆਦਾਤਰ ਲੋਕਾਂ ਦੇ ਦਿਮਾਗ ਵਿੱਚ ਘੱਟੋ ਘੱਟ ਇੱਕ ਧੁੰਦਲਾ ਵਿਚਾਰ ਹੁੰਦਾ ਹੈ ਕਿ ਅਮੀਰ ਲੋਕ ਤਾਂ ਸਾਰੇ ਤਰ੍ਹਾਂ ਦੇ ਟੈਕਸਾਂ ਦਾ ਆਨੰਦ ਲੈਂਦੇ ਹਨ ਜਿਨ੍ਹਾਂ ਦਾ ਆਨੰਦ ਉਹ ਨਹੀਂ ਲੈ ਸਕਦੇ, ਲੇਕਿਨ ਕਿਉਂਕਿ ਉਹ ਆਪਣਾ ਸਾਰਾ ਜੀਵਨ E ਕੁਆਡਰੈਂਟ ਦੇ ਅੰਦਰ ਜਿਉਂਦੇ ਹਨ, ਇਸ ਲਈ ਉਹਨਾਂ ਨੂੰ ਆਮ ਤੌਰ ਤੇ ਇਸ ਗੱਲ ਦੀ ਸਮਝ ਨਹੀਂ ਹੁੰਦੀ ਕਿ ਟੈਕਸ ਸੰਬੰਧੀ ਉਹ ਲਾਭ ਕਿਹੜੇ ਹਨ ਜਾਂ ਕਿਵੇਂ ਮਿਲਦੇ ਹਨ। ਇਸ ਲਈ ਲੋਕਾਂ ਨੂੰ ਇਹ ਜਾਣਨ ਤੇ ਅਕਸਰ ਸਦਮਾ ਪੁੱਜਦਾ ਹੈ ਕਿ ਉਹ ਵੀ ਟੈਕਸ ਸੰਬੰਧੀ ਉਹੀ ਮੁਨਾਫਿਆਂ ਤੋਂ ਛੂਟ ਦਾ ਆਨੰਦ ਲੈ ਸਕਦੇ ਹਨ ਅਤੇ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਨ ਤੇ ਪਹਿਲੇ ਦਿਨ ਤੋਂ ਹੀ ਆਪਣੀ ਜੇਬ ਭਰਨੀ ਆਰੰਭ ਕਰ ਸਕਦੇ ਹਨ। ਹੁਣੇ ਹੀ ਟੈਕਸ ਪਾਲਿਸੀਜ਼ ਵਿੱਚ ਕਈ ਬਦਲਾਅ ਹੋਏ ਹਨ। ਨਾਲ ਹੀ ਛੋਟੇ ਵਪਾਰੀਆਂ ਅਤੇ ਸਵੈ ਰੁਜ਼ਗਾਰ ਕਰਨ ਵਾਲੇ ਲੋਕਾਂ ਲਈ ਖਾਸ ਬੀਮਾ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹਨਾਂ ਦੀ ਬਦੌਲਤ ਟੈਕਸ ਸੰਬੰਧੀ ਬੜੇ ਸਾਰੇ ਮੁਨਾਫੇ ਲੈਣਾ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਸੌਖਾ ਹੋ ਗਿਆ ਹੈ। ਜਿਹੜੇ ਆਮ ਕਰਕੇ ਵੱਡੇ ਕਾਰਪੋਰੇਸ਼ਨ ਦੇ ਮੁਕਾਬਲੇ ਵਾਲੇ ਹਨ, ਇੱਥੋਂ ਤੱਕ ਕਿ ਉਸ ਤੋਂ ਵੀ ਵੱਧ ਹਨ। ਆਪਣੇ ਵਿਹਲੇ ਸਮੇਂ ਵਿੱਚ ਨੈਟਵਰਕ ਮਾਰਕੀਟਿੰਗ ਕਾਰੋਬਾਰ ਸ਼ੁਰੂ ਕਰਕੇ ਅਤੇ ਆਪਣੀ ਨਿਯਮਿਤ ਨੌਕਰੀ ਵਿੱਚ ਰਹਿ ਕੇ ਤੁਸੀਂ ਅਮੀਰਾਂ ਵਰਗੇ ਟੈਕਸ ਸੰਬੰਧੀ ਲਾਭ ਹਾਸਲ ਕਰਨ ਲੱਗਦੇ ਹੋ। ਪਾਰਟ ਟਾਈਮ ਕਾਰੋਬਾਰ ਕਰਨ ਵਾਲਾ ਵਿਅਕਤੀ ਕਰਮਚਾਰੀਆਂ ਦੇ ਮੁਕਾਬਲੇ ਟੈਕਸ ਵਿੱਚ ਜ਼ਿਆਦਾ ਛੂਟ ਲੈ ਸਕਦਾ ਹੈ। ਸਕਰੀਨ ਉੱਤੇ ਉਹਨਾਂ ਚੀਜ਼ਾਂ ਦੇ ਚੰਦ ਉਦਾਹਰਨ ਦਿੱਤੇ ਗਏ ਹਨ ਜਿਨ੍ਹਾਂ ਤੇ ਤੁਸੀਂ ਪਹਿਲਾਂ ਤੋਂ ਹੀ ਪੈਸੇ ਖਰਚ ਕਰ ਰਹੇ ਹੋ, ਲੇਕਿਨ ਘਰ ਤੇ ਆਧਾਰਿਤ ਨੈਟਵਰਕ ਮਾਰਕੀਟਿੰਗ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਕਾਨੂੰਨੀ ਤੌਰ ਤੇ ਉਹਨਾਂ ਤੇ ਟੈਕਸ ਵਿੱਚ ਛੂਟ ਲੈ ਸਕਦੇ ਹੋ। ਟਿਪ: ਇਹ ਸੂਚੀ ਸਿਰਫ ਸਮਝਾਉਣ ਦੇ ਉਦੇਸ਼ ਨਾਲ ਦਿੱਤੀ ਗਈ ਹੈ। ਆਪਣੀ ਵਿਅਕਤੀਗਤ ਸਥਿਤੀ ਬਾਰੇ ਟੈਕਸ ਸੰਬੰਧੀ ਸਲਾਹ ਲਈ ਤੁਹਾਨੂੰ ਆਪਣੇ ਟੈਕਸ ਸਲਾਹਕਾਰ ਕੋਲੋਂ ਮਸ਼ਵਰਾ ਲੈਣਾ ਚਾਹੀਦਾ ਹੈ। ਮਿਸਾਲ ਲਈ, ਤੁਸੀਂ ਕਾਰ ਖਰਚ, ਪੈਟਰੋਲ, ਲੰਚ, ਡਿਨਰ ਅਤੇ ਮਨੋਰੰਜਨ ਉੱਤੇ ਹੋਣ ਵਾਲੇ ਖਰਚ ਦੇ ਟੈਕਸ ਵਿੱਚ ਛੂਟ ਲੈ ਸਕਦੇ ਹੋ। ਜ਼ਾਹਰ ਹੈ, ਇਸ ਮਾਮਲੇ ਵਿੱਚ ਤੁਹਾਨੂੰ ਕਿਸੇ CPA ਤੋਂ ਮਸ਼ਵਰਾ ਲੈਣ ਦੀ ਜ਼ਰੂਰਤ ਹੈ ਅਤੇ ਇੰਜ ਕਰਨ ਨਾਲ ਤੁਸੀਂ ਪਾਓਗੇ ਕਿ CPA ਤੋਂ ਮਿਲਣ ਜਾਣ ਵਿੱਚ ਤੁਸੀਂ ਜੋ ਖਰਚ ਕੀਤਾ ਹੈ ਉਸ ਤੇ ਵੀ ਤੁਹਾਨੂੰ ਟੈਕਸ ਵਿੱਚ ਰਿਆਇਤ ਮਿਲਦੀ ਹੈ। ਦੂਜੇ ਸ਼ਬਦਾਂ ਵਿੱਚ, ਸਰਕਾਰ ਤੁਹਾਨੂੰ ਇਹ ਸਲਾਹ ਲੈਣ ਲਈ ਕਿਸੇ ਵੀ ਟੈਕਸ ਵਿੱਚ ਛੂਟ ਦੇਵੇਗੀ ਤੇ ਘੱਟ ਟੈਕਸ ਕਿਵੇਂ ਭਰਿਆ ਜਾਵੇ। ਇਹ ਸਾਰਾ ਕੁਝ ਦੱਸਣ ਦਾ ਮੇਰਾ ਮਕਸਦ ਤੁਹਾਨੂੰ ਸਿਰਫ ਇਹ ਦੱਸਣਾ ਹੀ ਨਹੀਂ ਹੈ ਕਿ ਨਵੇਂ ਵਪਾਰ ਦੇ ਪਹਿਲੇ ਦਿਨ ਤੋਂ ਹੀ ਤੁਹਾਨੂੰ ਟੈਕਸ ਬਚਤ ਰਾਹੀਂ ਕਿੰਨਾ ਮਹੱਤਵਪੂਰਨ ਆਰਥਿਕ ਲੀਵਰੇਜ ਮਿਲਦਾ ਹੈ। ਇਸ ਤੋਂ ਵੱਧ ਕਿ ਮੈਂ ਇਹ ਗੱਲ ਵੀ ਤੁਹਾਡੇ ਦਿਮਾਗ ਵਿੱਚ ਪਾਉਣਾ ਚਾਹੁੰਦਾ ਹਾਂ, ਜ਼ਿਆਦਾਤਰ ਲੋਕਾਂ ਨੂੰ ਜਰਾ ਵੀ ਅੰਦਾਜ਼ਾ ਨਹੀਂ ਹੁੰਦਾ ਕਿ B ਕੁਆਡਰੈਂਟ ਵਿੱਚ ਕਿਵੇਂ ਰਹਿਣਾ ਹੁੰਦਾ ਹੈ। ਜਦੋਂ ਜ਼ਿਆਦਾਤਰ ਲੋਕਾਂ ਨੂੰ ਇੱਥੇ ਮੌਜੂਦ ਟੈਕਸ ਮੁਨਾਫਿਆਂ ਦਾ ਪਤਾ ਚੱਲਦਾ ਹੈ ਤਾਂ ਉਹਨਾਂ ਨੂੰ ਸਦਮਾ ਇਸ ਲਈ ਲੱਗਦਾ ਹੈ ਕਿਉਂਕਿ B ਕੁਆਡਰੈਂਟ ਉਹਨਾਂ ਲਈ ਐਟਲਾਂਟਿਸ ਦੇ ਗਵਾਚੇ ਹੋਏ ਮਹਾਦੀਪ ਵਰਗਾ ਹੁੰਦਾ ਹੈ। ਨੈਟਵਰਕ ਮਾਰਕੀਟਿੰਗ ਦੀ ਇੱਕ ਖੂਬੀ ਹੈ ਕਿ ਇਹ ਰਹੱਸ ਤੋਂ ਪਰਦਾ ਚੁੱਕ ਦਿੰਦਾ ਹੈ ਅਤੇ ਤੁਹਾਨੂੰ B ਕੁਆਡਰੈਂਟ ਦਾ ਜੀਵਨ ਦਿਖਾਈ ਦਿੰਦਾ ਹੈ। ਅਸਲ ਦੁਨੀਆ ਦੀ ਵਪਾਰਕ ਸਿੱਖਿਆ ਵਿੱਚ ਤੁਹਾਡਾ ਸਵਾਗਤ ਹੈ। ਜੀਵਨ ਸੰਬੰਧੀ ਯੋਗਤਾਵਾਂ। ਜਦੋਂ ਕਾਰੋਬਾਰ ਨੂੰ ਸਫਲ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਇਹ ਸਿਰਫ ਤਕਨੀਕੀ ਯੋਗਤਾਵਾਂ ਦੀ ਬਦੌਲਤ ਨਹੀਂ ਹੋ ਜਾਂਦਾ। ਇਹਨਾਂ ਤੋਂ ਵੀ ਜ਼ਿਆਦਾ ਮਹੱਤਵਪੂਰਨ ਜੀਵਨ ਸੰਬੰਧੀ ਉਹ ਯੋਗਤਾਵਾਂ ਹਨ ਜਿਨ੍ਹਾਂ ਦੀ ਬਦੌਲਤ ਤੁਸੀਂ B ਕੁਆਡਰੈਂਟ ਵਿੱਚ ਸਫਲਤਾਪੂਰਵਕ ਯਾਤਰਾ ਕਰ ਸਕਦੇ ਹੋ। ਜੀਵਨ ਵਿੱਚ ਦੀਰਘਕਾਲੀ ਸਫਲਤਾ ਦੀ ਕੁੰਜੀ ਤੁਹਾਡੇ ਸਿੱਖਿਆ ਅਤੇ ਯੋਗਤਾਵਾਂ ਹਨ, ਤੁਹਾਡੇ ਜੀਵਨ ਦੇ ਅਨੁਭਵ ਹਨ ਅਤੇ ਸਭ ਤੋਂ ਵੱਧ ਕੇ ਤੁਹਾਡਾ ਵਿਅਕਤੀਗਤ ਚਰਿੱਤਰ ਹੈ। ਮਿਸਾਲ ਲਈ,
ਮੈਨੂੰ ਇਹ ਸਿੱਖਣਾ ਸੀ ਕਿ ਆਪਣੀ ਆਤਮ ਸ਼ੰਕਾ, ਸੰਕੋਚ ਅਤੇ ਅਸਵੀਕ੍ਰਿਤੀ ਦੇ ਭੈ ਤੋਂ ਕਿਵੇਂ ਉੱਭਰਿਆ ਜਾਏ। ਮੈਨੂੰ ਵਿਅਕਤੀਗਤ ਵਿਕਾਸ ਦੀ ਇਹ ਯੋਗਤਾ ਵੀ ਸਿੱਖਣੀ ਸੀ ਕਿ ਅਸਫਲ ਹੋਣ ਤੋਂ ਬਾਅਦ ਕਿਵੇਂ ਉੱਠਿਆ ਜਾਏ ਤੇ ਅੱਗੇ ਵਧਦੇ ਰਹਿਣ ਦੇ ਹੌਸਲੇ ਕਿਵੇਂ ਜੁਟਾਏ ਜਾਣ। B ਕੁਆਡਰੈਂਟ ਦੇ ਵਪਾਰ ਵਿੱਚ ਸਫਲ ਹੋਣ ਦੇ ਚਾਹਵੰਦ ਹਰ ਵਿਅਕਤੀ ਨੂੰ ਇਹਨਾਂ ਗੁਣਾਂ ਦਾ ਵਿਕਾਸ ਕਰਨਾ ਹੁੰਦਾ ਹੈ। ਫਿਰ ਭਾਵੇਂ ਇਹ ਨੈਟਵਰਕ ਮਾਰਕੀਟਿੰਗ ਹੋਵੇ, ਫਰੈਂਚਾਈਜ਼ੀ ਜਾਂ ਉਦਮਸ਼ੀਲ ਕੰਪਨੀ ਹੋਵੇ। ਜੇਕਰ ਤੁਸੀਂ ਇਹ ਗੁਣ ਸਕੂਲ ਵਿੱਚ ਨਹੀਂ ਸਿੱਖਦੇ ਹੋ, ਕੰਮ ਕਰਨ ਦੀ ਥਾਂ ਉੱਤੇ ਨਹੀਂ ਸਿੱਖਦੇ ਹੋ ਅਤੇ ਵੱਡੇ ਹੋਣ ਤੇ ਤੁਹਾਨੂੰ ਘਰ ਵਿੱਚ ਹੀ ਨਹੀਂ ਸਿਖਾਏ ਗਏ ਹਨ, ਤਾਂ ਤੁਸੀਂ ਉਹਨਾਂ ਨੂੰ ਕਿੱਥੋਂ ਸਿੱਖੋਗੇ? ਦੁਨੀਆ ਵਿੱਚ ਤੁਹਾਨੂੰ ਇਹੋ ਜਿਹਾ ਕਾਰੋਬਾਰ ਕਿੱਥੋਂ ਮਿਲੇਗਾ ਜਿਹੜਾ ਤੁਹਾਡੀ ਸਿੱਖਿਆ ਤੇ ਵਿਅਕਤੀਗਤ ਵਿਕਾਸ ਵਿੱਚ ਸਮੇਂ ਦਾ ਨਿਵੇਸ਼ ਕਰੇ, ਨਾਲ ਹੀ ਆਪਣੇ ਕਾਰੋਬਾਰ ਸਥਾਪਿਤ ਕਰਨ ਲਈ ਤੁਹਾਡੀ ਮਦਦ ਵੀ ਕਰੇ? ਅਤੇ ਕਿੱਥੇ ਨੈਟਵਰਕ ਮਾਰਕੀਟਿੰਗ ਵਿੱਚ ਜੌਨ ਰਾਬਰਟ ਇਹ ਰੋਚਕ ਹੈ ਕਿ ਤੁਸੀਂ ਹਮੇਸ਼ਾ ਵਪਾਰਕ ਸਿੱਖਿਆ ਨੂੰ ਨੈਟਵਰਕ ਮਾਰਕੀਟਿੰਗ ਦਾ ਸਭ ਤੋਂ ਵੱਡਾ ਲਾਭ ਮੰਨਦੇ ਹੋ। ਮੈਂ ਸੋਚਦਾ ਹਾਂ ਇਸ ਗੱਲ ਵਿੱਚ ਕਾਫੀ ਜ਼ੋਰ ਹੈ। ਅਕਸਰ ਲੋਕ ਨੈਟਵਰਕ ਮਾਰਕੀਟਿੰਗ ਵਿੱਚ ਆਪਣੇ ਅਨੁਭਵਾਂ ਰਾਹੀਂ ਇਹੋ ਜਿਹੀਆਂ ਯੋਗਤਾਵਾਂ ਸਿੱਖਦੇ ਅਤੇ ਇਹੋ ਜਿਹੇ ਗੁਣਾਂ ਦਾ ਵਿਕਾਸ ਕਰਦੇ ਹਨ ਜਿਹੜੇ ਉਹ ਇਸ ਤੋਂ ਬਿਨਾਂ ਕਦੇ ਨਹੀਂ ਸਿੱਖ ਪਾਉਂਦੇ। ਨੈਟਵਰਕ ਮਾਰਕੀਟਿੰਗ ਲੋਕਾਂ ਨੂੰ ਸਿਖਾਉਂਦੀ ਹੈ ਕਿ ਉਹ ਆਪਣੇ ਭੈ ਤੋਂ ਕਿਵੇਂ ਉੱਭਰਨ, ਕਿਵੇਂ ਸੰਵਾਦ ਕਰਨ, ਕਿਵੇਂ ਨਹੀਂ ਕਹਿਣ ਵਾਲੇ ਲੋਕਾਂ ਦੇ ਮਨੋਵਿਗਿਆਨ ਨੂੰ ਸਮਝਣ ਅਤੇ ਕਿਵੇਂ ਅਸਵੀਕ੍ਰਿਤੀ ਦੀ ਅਸਲ ਦੁਨੀਆ ਦੀ ਹੋਰ ਚੁਣੌਤੀਆਂ ਦੇ ਬਾਵਜੂਦ ਲਗਨ ਨਾਲ ਜੁਟੇ ਰਹਿਣ। ਇੱਥੇ ਕੁਝ ਅਤਿਅੰਤ ਮਹੱਤਵਪੂਰਨ ਯੋਗਤਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਹੜੀਆਂ ਨੈਟਵਰਕ ਮਾਰਕੀਟਿੰਗ ਦੀ ਅਸਲ ਦੁਨੀਆ ਦੀ ਸਿੱਖਿਆ ਵਿੱਚ ਸਿਖਲਾਈ ਜਾਂਦੀ ਹੈ। ਸਫਲਤਾ ਦਾ ਨਜ਼ਰੀਆ, ਸਫਲਤਾ ਲਈ ਪੋਸ਼ਾਕ, ਵਿਅਕਤੀਗਤ ਭੈ, ਸ਼ੰਕਾਵਾਂ ਤੇ ਆਤਮ ਵਿਸ਼ਵਾਸ ਦੀ ਘਾਟ ਤੋਂ ਉੱਭਰਨਾ, ਅਸਵੀਕ੍ਰਿਤੀ ਦੇ ਭੈ ਤੋਂ ਉੱਭਰਨਾ, ਸੰਵਾਦ ਕੁਸ਼ਲਤਾ, ਲੋਕ ਵਿਹਾਰ ਦੀਆਂ ਯੋਗਤਾਵਾਂ, ਸਮੇਂ ਪ੍ਰਬੰਧਨ ਦੀਆਂ ਯੋਗਤਾਵਾਂ, ਜਵਾਬਦੇਹੀ ਦੀਆਂ ਯੋਗਤਾਵਾਂ, ਵਿਹਾਰਿਕ ਨਿਸ਼ਾਨਿਆਂ ਦਾ ਨਿਰਧਾਰਨ, ਧਨ ਪ੍ਰਬੰਧਨ ਦੀਆਂ ਯੋਗਤਾਵਾਂ, ਨਿਵੇਸ਼ ਸੰਬੰਧੀ ਯੋਗਤਾਵਾਂ। ਚੰਗੀ ਨੈਟਵਰਕ ਮਾਰਕੀਟਿੰਗ ਕੰਪਨੀਆਂ ਇਹਨਾਂ ਸਾਰੇ ਖੇਤਰਾਂ ਵਿੱਚ ਸਿਖਲਾਈ ਦੀ ਠੋਸ ਯੋਜਨਾ ਪ੍ਰਬੰਧ ਕਰਦੀਆਂ ਹਨ ਅਤੇ ਮੈਂ ਸਹਿਮਤ ਹਾਂ ਇਹੋ ਜਿਹੀ ਸਿੱਖਿਆ ਸੱਚੀ ਅਨਮੋਲ ਹੈ। ਅਸਲ ਵਿੱਚ ਤੁਹਾਨੂੰ ਇਹੋ ਜਿਹੀ ਦੂਜੀ ਥਾਂ ਮੁਸ਼ਕਲ ਨਾਲ ਮਿਲੇਗੀ ਜਿੱਥੇ ਤੁਸੀਂ ਚੰਗਾ ਪੈਸਾ ਦੇਣ ਦੇ ਬਾਵਜੂਦ ਇਹ ਸਾਰੀ ਸਿਖਲਾਈ ਹਾਸਲ ਕਰ ਸਕੋ। ਇਹੋ ਜਿਹੀ ਸਥਿਤੀ ਨੂੰ ਤਾਂ ਰਹਿਣ ਹੀ ਦਿਓ ਜਿੱਥੇ ਇਹ ਸਿੱਖਣ ਲਈ ਉਹ ਤੁਹਾਨੂੰ ਭੁਗਤਾਨ ਵੀ ਕਰਨ। ਨੈਟਵਰਕ ਮਾਰਕੀਟਿੰਗ ਵਿੱਚ ਸਾਰਿਆਂ ਲਈ ਇਹ ਅਖਾਣ ਮਸ਼ਹੂਰ ਹੈ ਕਿ ਇਹ ਇੱਕ ਇਹੋ ਜਿਹਾ ਕਾਰੋਬਾਰ ਹੈ ਜਿੱਥੇ ਤੁਸੀਂ ਸਿੱਖਦੇ ਕਮਾਉਂਦੇ ਹੋ। ਇਹ ਇੱਕ ਬਿਹਤਰੀਨ ਅਖਾਣ ਹੈ ਕਿਉਂਕਿ ਇਹ ਨੈਟਵਰਕ ਮਾਰਕੀਟਿੰਗ ਕਾਰੋਬਾਰ ਬਾਰੇ ਇੱਕ ਇਸ ਪ੍ਰਮੁੱਖ ਨੁਕਤੇ ਨੂੰ ਰੇਖਾਂਕਿਤ ਕਰਦਾ ਹੈ। ਤੁਸੀਂ ਇਹ ਕਰਕੇ ਹੀ ਇਸ ਨੂੰ ਕਰਨਾ ਸਿੱਖਦੇ ਹੋ, ਕਲਾਸਰੂਮ ਵਿੱਚ ਸਾਲਾਂ ਤੱਕ ਬੈਠ ਕੇ ਕਿਸੇ ਦੇ ਲੈਕਚਰ ਸੁਣ ਕੇ ਨਹੀਂ। ਨੈਟਵਰਕ ਮਾਰਕੀਟਿੰਗ ਵਿੱਚ ਦਿੱਤੀ ਜਾਣ ਵਾਲੀ ਸਿਖਲਾਈ ਕੇਵਲ ਸਿਧਾਂਤਕ ਹੀ ਨਹੀਂ ਹੁੰਦੀ, ਇਹ ਪ੍ਰਯੋਗਾਤਮਕ ਹੁੰਦੀ ਹੈ ਅਤੇ ਤੁਸੀਂ ਜਿਸ ਵਿਸ਼ੇਸ਼ ਯੋਜਨਾ ਵਿੱਚ ਹੋ, ਭਾਵੇਂ ਤੁਸੀਂ ਉਸ ਦੀ ਟੀਸੀ ਉੱਤੇ ਪੁੱਜੋ ਜਾਂ ਨਾ, ਤੁਸੀਂ ਬਹੁਤ ਸਾਰਾ ਪੈਸਾ ਬਣਾ ਪਾਓ ਜਾਂ ਨਹੀਂ, ਤੁਹਾਡੇ ਬਾਕੀ ਜੀਵਨ ਵਿੱਚ ਵੀ ਇਸ ਸਿਖਲਾਈ ਦਾ ਬੜਾ ਜ਼ਬਰਦਸਤ ਮਹੱਤਵ ਹੁੰਦਾ ਹੈ। ਸੱਚ ਤਾਂ ਇਹ ਹੈ ਕਿ ਨੈਟਵਰਕ ਮਾਰਕੀਟਿੰਗ ਤੋਂ ਬਾਅਦ ਕਈ ਲੋਕ ਦੂਜੇ ਕਾਰੋਬਾਰਾਂ ਵਿੱਚ ਚਲੇ ਜਾਂਦੇ ਹਨ ਜਿੱਥੇ ਉਹਨਾਂ ਨੂੰ ਬਹੁਤ ਕਾਮਯਾਬੀ ਮਿਲਦੀ ਹੈ। ਇਸ ਦਾ ਕਾਰਨ ਨੈਟਵਰਕ ਮਾਰਕੀਟਿੰਗ ਵਿੱਚ ਮਿਲੀ ਵਿਵਸਾਇਕ ਸਿਖਲਾਈ ਅਤੇ ਅਨੁਭਵ ਹੀ ਹੁੰਦਾ ਹੈ ਅਤੇ ਇਹੀ ਉਹ ਅਸਲ ਨੁਕਤਾ ਅਤੇ ਸਭ ਤੋਂ ਵੱਡਾ ਕਾਰਨ ਹੈ ਜਿਸ ਕਰਕੇ ਮੈਂ ਇੱਕ ਦਹਾਕੇ ਤੋਂ ਲੋਕਾਂ ਨੂੰ ਇਹ ਕਾਰ ਵਿਹਾਰ ਕਰਨ ਦੀ ਸਲਾਹ ਦੇ ਰਿਹਾ ਹਾਂ। ਜਦੋਂ ਤੁਸੀਂ ਕਿਸੇ ਚੰਗੇ ਨੈਟਵਰਕ ਮਾਰਕੀਟਿੰਗ ਨਾਲ ਜੁੜਦੇ ਹੋ ਤਾਂ ਉਹ ਤੁਹਾਨੂੰ ਦੌੜਨ ਲਈ ਕੇਵਲ ਇੱਕ ਟਰੈਕ ਹੀ ਨਹੀਂ ਉਪਲਬਧ ਕਰਾਉਂਦੀ, ਉਹ ਤਾਂ ਤੁਹਾਨੂੰ ਸਫਲ ਹੋਣ ਲਈ ਲੋੜੀਂਦੀ ਯੋਗਤਾਵਾਂ ਅਤੇ ਗੁਣ ਵਿਕਸਿਤ ਕਰਨ ਦਾ ਮੌਕਾ ਵੀ ਦਿੰਦੀ ਹੈ। ਨੈਟਵਰਕ ਮਾਰਕੀਟਿੰਗ ਉਹਨਾਂ ਲੋਕਾਂ ਲਈ ਅਸਲੀ ਦੁਨੀਆ ਦਾ ਬਿਜ਼ਨਸ ਸਕੂਲ ਹੈ ਜਿਹੜੇ ਕਿਸੇ ਕਾਮੇ ਭਾਵ ਕਰਮਚਾਰੀ ਦੀ ਬਜਾਏ ਉਦਮੀ ਹੋਣ ਦੀ ਯੋਗਤਾਵਾਂ ਸਿੱਖਣਾ ਚਾਹੁੰਦੇ ਹਨ।